ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਲਗਾਤਾਰ ਰੋਸ ਜਾਰੀ ਹੈ। ਸੋ ਸਾਡੇ ਨਾਲ ਦੀਪਕ ਬਾਲੀ ਖੜਾ ਹੈ, ਸੋ ਉਹਨਾਂ ਦੇ ਨਾਲ ਅਸੀਂ ਗੱਲ ਕਰ। ਬਾਲੀ ਸਾਹਿਬ, ਜੇ ਦੇਖਿਆ ਜਾਏ ਤੇ ਆਪਾਂ ਰੋਜ਼ ਦੇ ਵਿੱਚ ਆ ਸਾਰੇ ਕਿ ਕੁੜੀ ਦਾ ਰੇਪ ਹੋਇਆ, ਫਿਰ ਉਹਨੂੰ ਬੜੀ ਦਰਿੰਦਗੀ ਦੇ ਨਾਲ ਮਾਰ ਦਿੱਤਾ ਗਿਆ। 16 ਦਿਨਾਂ ਬਾਅਦ ਉਹਦਾ ਟ੍ਰੀਟਮੈਂਟ ਹੁੰਦਾ ਤੇ 16ਵੇਂ ਦਿਨ ਉਹਦੀ ਡੈਥ ਜਿਹੜੀ ਉਹ ਦਿੱਲੀ ਦੇ ਵਿੱਚ ਹੋ ਜਾਂਦੀ। ਉਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਤੇ ਦੂਸਰਾ, ਸਰਕਾਰ ਇਹ ਗੱਲ ਬਾਰ-ਬਾਰ ਕਹਿ ਰਹੀ ਹੈ ਕਿ ਉਹਦਾ ਰੇਪ ਜਿਹੜਾ ਨਹੀਂ ਹੋਇਆ, ਉਹਦੀ ਮੌਤ ਦਾ ਕਾਰਨ ਉਹਦੀ ਗਰਦਨ ਦੀ ਹੱਡੀ ਟੁੱਟਣਾ। ਦੇਖੋ ਜੀ, ਇਹਦਾ ਬੇਹੱਦ ਸ਼ਰਮਨਾਕ ਆ, ਬਹੁਤ ਹੀ ਜ਼ਿਆਦਾ। ਜਿੰਨਾ ਵੀ ਇਹਨੂੰ ਬਿਆਨ ਨੂੰ ਕੰਡੈਮ ਕੀਤਾ ਜਾਵੇ, ਇਹਦੇ ਤੇ ਰੋਸ ਕੀਤਾ ਜਾਵੇ ਔਰ ਲੋਕਾਂ ਨੂੰ ਜਿਹੜਾ ਹੁਣ ਮੈਂ ਸਮਝਦਾ ਜਵਾਬ ਦੇਣਾ ਚਾਹੀਦਾ ਆ। ਦੇਖੋ, ਸਿੱਧਾ ਕੁੜੀ ਨਾਲ ਜੋ ਦਰਿੰਦਗੀ ਹੋਈ ਆ, ਕੁੜੀ ਨੇ ਜਦੋਂ ਉਹਦੀ ਡੈਥ ਸਟੇਟਮੈਂਟ ਆ ਮਰਨ ਤੋਂ ਪਹਿਲਾਂ ਉਹਨੇ ਸਟੇਟਮੈਂਟ ਦਿੱਤੀ ਆ, ਸਾਰੇ ਮੀਡੀਆ 'ਚ ਵੀ ਚੱਲ ਰਹੀ ਆ, ਸਾਰੇ ਚਲਾ ਰਹੇ ਆ ਵੀ ਕੁੜੀ ਨੇ ਆਪਣੇ ਮੂੰਹੋਂ ਦੱਸਤਾ। ਇਹ ਤਾਂ ਗੱਲ ਹੋਰ ਹੋਵੇ ਕਿ ਦੀਪਕ ਬਾਲੀ ਕਹਿਣ ਡਿਆ ਹੋਵੇ ਜਾਂ ਮੀਡੀਆ ਕਹਿਣ ਡਿਆ ਹੋਵੇ, ਕੁੜੀ ਨੇ ਹੁਣ ਮੂੰਹੋਂ ਕਹਿਤਾ ਵੀ ਮੇਰੇ ਨਾਲ ਆਹ ਘਟਨਾ ਹੋਈ ਆ। ਫਿਰ ਵੀ ਇਹੋ ਜਿਹੇ ਜਿਹੜੇ ਬਿਆਨ ਆਉਣੇ, ਤਾਂ ਇਹ ਤਾਂ ਇੱਕੋ ਗੱਲ ਸਮਝ ਆਉਂਦੀ ਸਾਨੂੰ ਵੀ ਦੇਖੋ, ਹੈਦਰਾਬਾਦ 'ਚ ਕੁੜੀ ਨਾਲ ਹੋਇਆ ਤੇ ਉਹ ਕੁੜੀ ਨੂੰ ਚਾਰਾਂ ਦੋਸ਼ੀਆਂ ਨੂੰ ਜਿਹੜਾ ਆ ਆਪਣੇ ਗੋਲੀ ਮਾਰ ਕੇ ਐਨਕਾਊਂਟਰ ਕਰਤਾ, ਕਿਉਂਕਿ ਉਹ ਕੁੜੀ ਦੀ ਉੱਚੀ ਜਾਤ ਸੀਗੀ। ਸਾਡੀ ਕੁੜੀ ਜਿਹੜੀ ਆ ਇਹ ਗਰੀਬ ਸਾਡੇ ਦਲਿਤ ਭਾਈਚਾਰੇ 'ਚ ਆਉਂਦੀ ਆ। ਇਹ ਤੇ ਇਸ ਦੇਸ਼ 'ਚ ਮਨੂ ਸਮ੍ਰਿਤੀ ਲਾਗੂ ਹੋ ਗਈ ਹੈ। ਮੈਡਮ, ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਰਾਮ ਰਾਜ ਦੇ ਬਹਾਨੇ ਇਹਨਾਂ ਨੇ ਮਨੂ ਸਮ੍ਰਿਤੀ ਸਾਡੇ ਤੇ ਥੋਪਤੀ ਆ। ਜਿੱਦਾਂ ਅੱਗੇ ਸੁਣਦੇ ਹੁੰਦੇ ਸੀਗੇ ਵੀ ਸਿਆਣਿਆਂ ਤੋਂ ਕਹਾਣੀਆਂ ਸੁਣੀਆਂ ਸੀ ਕਦੀ। ਬੀਜੇਪੀ ਦੀ ਅਨਿਲਾ ਦਾ ਇਹ ਸਟੇਟਮੈਂਟ ਆ ਕਿ ਪਲੀਜ਼ ਇੱਕ ਔਰਤ ਨੂੰ ਜਿਹੜਾ ਕੁੜੀ ਦਾ ਰੇਪ ਹੋਇਆ ਉਹਨੂੰ ਜਾਤੀਵਾਦ ਨਾਲ ਨਾ ਜੋੜਿਆ ਜਾਵੇ। ਇੱਥੇ ਕੀ ਕਹਿਣਾ? ਨਹੀਂ, ਦੇਖੋ ਜੀ, ਇਹ ਤਾਂ ਹੈ ਹੀ ਜਾਤੀਵਾਦ ਆ, ਇਹ ਤਾਂ ਨਿਰਾ ਹੀ ਜਾਤੀਵਾਦ ਆ। ਸਿੱਧੀ ਗੱਲ ਆ ਵੀ ਜਿਨ੍ਹਾਂ ਨੇ ਰੇਪ ਕੀਤਾ ਆ ਉਹ ਤਾਂ ਜੋਗੀ ਦਿੱਤੇਨਾਥ ਦੀ ਕਾਸਟ ਵਾਲੇ ਆ, ਜਿਨ੍ਹਾਂ ਨਾਲ ਰੇਪ ਹੋਇਆ। ਦੇਖੋ, ਤੁਸੀਂ ਇੱਕ ਗੱਲ ਸੁਣੋ ਵੀ ਤੁਸੀਂ ਆਪ ਸਮਝਦਾਰ ਆ, ਮੀਡੀਆ ਹੁਣ ਲੋਕ ਇਸ ਗੱਲ ਦਾ ਫੈਸਲਾ ਕਰਨ। ਮੈਂ ਕਹਿੰਦਾ ਵੀ ਅਗਰ ਇਹ ਕਿਸੇ ਹਾਇਰ ਕਾਸਟ ਨਾਲ ਹੋਇਆ ਹੁੰਦਾ ਕਿ ਉੱਥੇ ਇਦਾਂ ਦੇ ਹਾਲਾਤ ਹੋਣੇ ਸੀ ਕਿ ਕਿਸੇ ਨੂੰ ਪਿੰਡ 'ਚ ਵੜਨ ਨਹੀਂ ਦਿੱਤਾ ਜਾਣਾ ਸੀ, ਜਾਂ ਉਹ ਕੁੜੀ ਨੂੰ ਉਲਟਾ ਜਿਹਦੇ ਨਾਲ ਰੇਪ ਹੋਇਆ ਆ ਉਸ ਕੁੜੀ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ, ਜਿਹੜੀ ਸਾਡੀ ਭੈਣ ਇਸ ਦੁਨੀਆ 'ਚ ਹੀ ਨਹੀਂ ਰਹੀ, ਉਹਨੂੰ ਜਿਹੜਾ ਇਹ ਦੁਬਾਰਾ ਕਟਾਰੇ 'ਚ ਲਿਆ ਰਹੇ, ਉਹਨੂੰ ਗਲਤ ਪਾ ਰਹੇ, ਉਹਦੀ ਆਖਰੀ ਸਟੇਟਮੈਂਟ ਨੂੰ ਗਲਤ ਪਾ ਰਹੇ ਆ। ਇਹ ਬੜੀ ਸ਼ਰਮਨਾਕ ਗੱਲ ਆ। ਇਹਨਾਂ ਨੂੰ ਖਮਿਆਜਾ ਇਸ ਗੱਲ ਦਾ ਭੁਗਤਣਾ ਪੈਣਾ ਆ। ਇਹ ਮਨੂ ਸਮ੍ਰਿਤੀ ਦੇਸ਼ 'ਚ ਲਾਗੂ ਦਾ ਕਰ ਰਹੇ ਆ। ਅੱਗੇ ਤਾਂ ਅਸੀਂ ਕਹਿੰਦੇ ਸੀ ਚੁੱਪ ਚਪੀਤੇ ਲਾਗੂ ਕਰ ਰਹੇ ਆ, ਹੁਣ ਤਾਂ ਸ਼ਰੇਆਮ ਉਸ ਕੁੜੀ ਦਾ ਮੈਂ ਕਹਿੰਦਾ ਜਿਹੜਾ ਰੇਪ ਕੀਤਾ, ਫਿਰ ਉਹਨੂੰ ਕਿੱਦਾਂ ਉਹਦੀ ਰੀੜ੍ਹ ਦੀ ਹੱਡੀ ਤੋੜੀ, ਉਹਦੀ ਜੀਭ ਕੱਟ ਦਿੱਤੀ ਗਈ। ਜਿੱਦਾਂ ਕਿ ਕਹਿੰਦੇ ਹੁੰਦੇ ਸੀ ਵੀ ਦਲਿਤ ਜੇ ਕੋਈ ਪਾਠ ਕਰ ਦਿੰਦਾ ਤਾਂ ਉਹਦੀ ਜੀਭ, ਮਤਲਬ ਕਿ ਇੰਨਾ ਇਹਨਾਂ ਨੇ ਜਾਤੀ ਭੇਦਭਾਵ ਸਾਡੇ ਇੱਥੇ ਇੰਡੀਆ ਦੇ ਵਿੱਚ, ਖਾਸ ਕਰ ਯੂਪੀ 'ਚ ਜੋਗੀ ਨੇ ਸ਼ੁਰੂ ਕਰ ਦਿੱਤਾ ਆ। ਇਹਦਾ ਮੈਂ ਕਹਿੰਦਾ ਕੋਈ ਤੋੜ ਨਹੀਂ। ਇਹ ਹੁਣ ਸਮਾਜ ਹੀ ਇਕਮੁੱਠ ਹੋ ਕੇ ਇਹਨਾਂ ਨੂੰ ਕਰਨਾ ਚਾਹੁੰਦਾ। ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ ਕਿ ਜਦੋਂ ਇੱਕ ਕਿਸੇ ਕ੍ਰਿਕਟਰ ਦੀ ਇੱਕ ਉਂਗਲ ਟੁੱਟਦੀ ਹੈ ਤੇ ਮੋਦੀ ਵੱਲੋਂ ਟਵੀਟ ਕੀਤਾ ਜਾਂਦਾ ਹੈ, ਕੰਗਨਾ ਦਾ ਘਰ ਟੁੱਟਦਾ ਹੈ ਤੇ ਉਹਦੇ ਵੱਲੋਂ ਟਵੀਟ ਕੀਤਾ ਜਾਂਦਾ, ਇੱਕ ਸਿੱਟ ਬਿਠਾਈ ਜਾਂਦੀ ਹੈ ਕਿ ਉਹਦਾ ਘਰ ਟੁੱਟ ਗਿਆ, ਇਦਾਂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਟਰੰਪ ਨੂੰ ਕੋਵਿਡ ਹੁੰਦਾ, ਪਤਾ ਲੱਗਦਾ ਕਿ ਉਹਨਾਂ ਨੂੰ ਹਸਬੈਂਡ ਵਾਈਫ ਨੂੰ ਦੋਨਾਂ ਨੂੰ ਕਰੋਨਾ ਪੋਜ਼ਿਟਿਵ ਆ ਗਿਆ ਤੇ ਉਹਨਾਂ ਦੇ ਲਈ ਟਵੀਟ ਕੀਤਾ ਜਾਂਦਾ। ਤੇ ਮਨੀਸ਼ਾ ਦੇ ਲਈ ਹਜੇ ਤੱਕ ਕੋਈ ਬਿਆਨ ਨਹੀਂ ਆਇਆ, ਸਮ੍ਰਿਤੀ ਇਰਾਨੀ ਦਾ ਬਿਆਨ ਨਹੀਂ ਆਇਆ, ਹੋਰ ਕਿਰਨ ਖੇਰ ਦਾ ਨਹੀਂ ਆਇਆ। ਬਾਕੀ ਕਿੱਥੇ ਨੇ ਬੀਜੇਪੀ ਦੇ ਲੋਕ? ਇਹ ਲੋਕ ਜੀ ਇਹ ਹੁਣ ਇਹਨਾਂ ਦੇ ਮੂੰਹ ਤੇ ਚੁੱਪ ਆ ਗਈ ਆ, ਚੁੱਪ ਵੱਟ ਲਈ ਆ ਇਹਨਾਂ ਨੇ, ਘੁੱਗ ਵੱਟ ਕੇ ਮੋਦੀ ਸਾਹਿਬ ਬਣ ਕੇ ਬਹਿ ਗਏ ਅੰਦਰ। ਦੇਖੋ ਜੀ, ਮੋਦੀ ਸਾਹਿਬ ਨੂੰ ਤਾਂ ਜਿੱਦਾਂ ਮੋਦੀ ਸਾਹਿਬ ਦਾ ਪ੍ਰਧਾਨ ਮੰਤਰੀ ਹੈ ਹੀ ਨਹੀਂ ਆ, ਸਾਨੂੰ ਲੱਗੀ ਜਾਂਦਾ ਵੀ 6 ਸਾਲ ਤੋਂ ਮੋਦੀ ਪ੍ਰਧਾਨ ਮੰਤਰੀ ਆ। ਉਹ ਜਿੱਦਾਂ RSS ਵਾਲੇ ਕਹਿੰਦੇ ਉਹੀ ਕਰਦੇ ਆ, ਉਹਨਾਂ ਨੂੰ ਤਾਂ ਕੁਝ ਨਹੀਂ ਪਤਾ। ਉਹਦਾ ਇੱਕ ਬੇਵਕੂਫ ਬੰਦਾ, ਮਹਾ ਬੇਵਕੂਫ, ਉਹ ਤਾਂ ਸਾਡੇ ਸਮਾਜ ਦੇ ਉੱਤੇ ਜੁਰਮ ਕਰਨ ਲਈ ਇੱਕ ਮੋਹਰਾ ਲਾਇਆ, ਇੱਕ ਸਾਡੇ ਰਾਸ਼ਟਰਪਤੀ ਸਾਹਿਬ ਲਾਏ ਆ, ਇੱਕ ਮੋਦੀ ਸਾਹਿਬ ਲਾਏ ਆ। ਇਹ ਦੋ ਮੋਹਰਿਆਂ ਦੇ ਸਿਰ ਤੇ ਸਾਡੇ ਦੇਸ਼ 'ਚ ਹਿੰਦੂ ਰਾਸ਼ਟਰ ਜਿਹੜਾ ਲਾਗੂ ਕਰ ਦਿੱਤਾ ਗਿਆ ਆ। ਦੇਖੋ ਜੀ, ਚਲੋ ਮੋਦੀ ਸਾਹਿਬ ਦਾ ਮੈਨੂੰ ਇੰਨਾ ਗਿਲਾ ਨਹੀਂ, ਸਭ ਤੋਂ ਜ਼ਿਆਦਾ ਮੈਨੂੰ ਗਿਲਾ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨਾਲ ਆ। ਕਿਉਂਕਿ ਤੁਸੀਂ ਵੀ ਉਹ ਉਤਪੀੜਨ ਸਿਆ ਜਿਹੜਾ ਆ, ਤੁਸੀਂ ਵੀ ਉਸੇ ਪਰਿਵਾਰ ਚੋਂ ਆਏ ਆ ਜਿਹੜੇ ਜਿਸ ਪਰਿਵਾਰ ਚੋਂ ਅਸੀਂ ਆ, ਜਾਂ ਸਾਡੀ ਭੈਣ ਸੀਗੀ। ਜੇ ਤੁਹਾਡੇ ਮੋਹਰੇ ਤੁਹਾਡੀ ਕੁੜੀ ਨਾਲ ਇਦਾਂ ਹੋਇਆ ਹੁੰਦਾ, ਉਹ ਤੁਹਾਡੀ ਕੁੜੀ ਆ ਰਾਸ਼ਟਰਪਤੀ ਸਾਹਿਬ। ਜੇ ਤੁਸੀਂ ਮੇਰੀ ਗੱਲ ਸੁਣ ਲਿਆ, ਤੁਹਾਨੂੰ ਸ਼ਰਮ ਕਰਨੀ ਚਾਹੀਦੀ ਆ। ਤੁਸੀਂ ਉਹਦੇ ਲਈ ਇਨਸਾਫ ਦੀ ਮੰਗ ਕਰੋ। ਤੁਸੀਂ ਤਿੰਨੇ ਸੈਨਾਵਾਂ ਦੇ ਮੁਖੀ ਹੋ ਦੇਸ਼ ਦੇ, ਤੁਸੀਂ ਆਪਣੇ ਦੇਸ਼ ਦੇ ਮੁਖੀ ਹੋ, ਤੁਸੀਂ ਸਾਡੇ ਦੇਸ਼ ਦੇ ਹੈੱਡ ਹੋ, ਤੁਸੀਂ ਕੋਈ ਵੀ ਫੈਸਲਾ ਕਰ ਸਕਦੇ ਹੋ। ਇਹਨਾਂ ਦੋਸ਼ੀਆਂ ਨੂੰ ਫਾਹੇ ਲਵਾਉਣ ਲਈ ਤੁਸੀਂ ਅਪੀਲ ਕਰੋ, ਤੁਸੀਂ ਅੱਗੇ ਆਓ, ਤੁਸੀਂ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਜਾਂਚ ਬਿਠਾਓ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ ਆ। ਇਹ ਜਿਹੜੇ ਜੋਗੀ ਦਿੱਤੇਨਾਥ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਆਨ ਆਇਆ ਆ ਵੀ ਠਾਕਰਾਂ ਦਾ ਖੂਨ ਗਰਮ ਹੁੰਦਾ। ਮੈਂ ਚਲੋ ਜਾਤੀਵਾਦੀ ਗੱਲ ਨਹੀਂ ਕਰਨੀ ਚਾਹੀਦੀ, ਪਰ ਇਹੋ ਜਿਹੇ ਬਿਆਨ ਦੇਣੇ ਇਹ ਕਿਹੜੇ ਸੰਵਿਧਾਨ ਦਾ ਅਨਕਨਸਟੀਟਿਊਸ਼ਨਲ ਬਿਆਨ ਆ। ਇਹ ਜੋਗੀ ਸਾਹਿਬ ਤੇ ਪਰਚਾ ਦਰਜ ਹੋਣਾ ਚਾਹੀਦਾ, ਸੁਪਰੀਮ ਕੋਰਟ ਨੂੰ ਸੰਗਿਆਨ ਲੈ ਕੇ ਖੁਦ ਕਰਨਾ ਚਾਹੀਦਾ। ਇਹ ਤਾਂ ਇਦਾਂ ਆ, ਫਿਰ ਤੁਸੀਂ ਹੱਲਾਸ਼ੇਰੀ ਦੇ ਰਹੇ ਹੋ ਉਹਨਾਂ ਲੋਕਾਂ ਨੂੰ ਵੀ ਇੱਕ ਸੁਪਰੀਮ ਕੋਰਟ ਦੇ ਜੱਜ ਨੇ। ਦੇਖੋ ਜੀ, ਇਹ ਤਾਂ ਗੱਲ ਸਿਸਟਮ ਆ। ਮਨੂ ਸਮ੍ਰਿਤੀ ਲਾਗੂ ਕਰਨ ਦਾ ਮਤਲਬ ਇਹ ਆ ਵੀ ਸਾਡੇ ਦੇਸ਼ ਦੇ ਜਿਹੜੇ ਵੱਡੇ ਜੱਜ ਆ, ਉਹ ਸਾਡੇ ਫੈਸਲੇ ਸਾਡੇ ਖਿਲਾਫ ਦਿੰਦੇ ਆ। ਸਾਡੇ ਸਮਾਜ ਦੇ ਖਿਲਾਫ ਜਿੰਨੇ ਵੀ ਫੈਸਲੇ ਹੁੰਦੇ ਆ ਉਹ ਸੁਪਰੀਮ ਕੋਰਟ ਤੋਂ ਹੁੰਦੇ ਆ। ਪਰ ਬਾਲੀ, ਬੜੀ ਇੱਕ ਅਹਿਮ ਚੀਜ਼ ਇਹ ਬਣ ਜਾਂਦੀ ਹੈ ਕਿ ਦਿੱਤੇ ਜੋਗੀਨਾਥ ਦੀ ਸਟੇਟਮੈਂਟ ਆਉਂਦੀ ਹੈ ਕਿ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਗਾਵਾਂ ਬਚਾਉਣੀਆਂ, ਕੁੜੀਆਂ ਬਚਾਉਣਾ ਨਹੀਂ ਆ। ਇਸ ਸਟੇਟਮੈਂਟ ਨੂੰ ਕਿਵੇਂ ਲੈਂਦੇ ਹੋ? ਕਿਉਂਕਿ ਇੱਕ ਪਾਸੇ ਤਾਂ ਮੋਦੀ ਸਾਹਿਬ ਇਹ ਕਹਿੰਦੇ ਨੇ ਕਿ ਬੇਟੀ ਬਚਾਓ, ਬੇਟੀ ਪੜਾਓ,
ਇਹ ਤਾਂ ਜੀ ਇਹ ਇਦਾਂ ਦੀਆਂ ਗੱਲਾਂ ਉਹ ਕਰਦਾ ਜਿਹਦੀ ਆਪਣੀ ਮਾਂ ਨਾ ਹੋਵੇ ਜਾਂ ਆਪਣੀ ਭੈਣ ਨਾ ਹੋਵੇ ਜਾਂ ਆਪਣੀ ਕੁੜੀ ਨਾ ਹੋਵੇ। ਚਲੋ ਤੁਸੀਂ ਜੋਗੀ ਬਣ ਗਏ ਆ, ਪਰ ਤੁਸੀਂ ਦੇਖੋ ਤੁਹਾਨੂੰ ਇੱਕ ਜਨਮ ਵੀ ਇੱਕ ਮਾਂ ਨੇ ਦਿੱਤਾ ਆ, ਤੁਹਾਡੇ ਘਰ ਵੀ ਭੈਣ ਰਹੀ ਆ। ਜੇ ਇਹੋ ਜਿਹਾ ਦੁਸ਼ਕਰਮ ਉਹਨਾਂ ਨਾਲ ਹੋ ਜਾਵੇ ਤਾਂ ਫਿਰ ਕੀ ਬੀਤਦੀ ਆ। ਅਸੀਂ ਨਹੀਂ ਕਹਿੰਦੇ ਇਹੋ ਜਿਹਾ ਕੰਮ ਹੋਵੇ, ਇਹਨਾਂ ਦੇ ਕੰਮਾਂ ਤੇ ਰੋਕ ਲੱਗਣੀ ਚਾਹੀਦੀ ਆ, ਇਹੋ ਜਿਹੇ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ। ਮੈਂ ਕਹਿੰਦਾ ਕਾਨੂੰਨ ਦੇਸ਼ 'ਚ ਬਣੇ ਆ, ਪਰ ਗੱਲ ਫਿਰ ਆ ਜਾਂਦੀ ਇੰਪਲੀਮੈਂਟੇਸ਼ਨ ਦੀ। ਜਦ ਇੱਕ ਦੇਸ਼ ਦਾ ਇੱਕ ਪ੍ਰਦੇਸ਼ ਦਾ ਸੀਐਮ ਕਹੂਗਾ ਵੀ ਅਸੀਂ ਜਿਹੜਾ ਆ ਵੀ ਇਹ ਇਦਾਂ ਦੇ ਬਿਆਨ ਦਊਗਾ, ਬਚਕਾਨਾ ਬਿਆਨ ਦਊਗਾ, ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ, ਤਾਂ ਮੈਂ ਸਮਝਦਾ ਵੀ ਇਸ ਦੇਸ਼ ਦੇ ਵਿੱਚ ਫਿਰ ਸੰਵਿਧਾਨ ਦਾ ਕੋਈ ਅਰਥ ਹੀ ਨਹੀਂ ਰਹਿ ਗਿਆ। ਇਸ ਦੇਸ਼ ਦੇ ਵਿੱਚ ਜਿਹੜਾ ਰਾਮ ਰਾਜ ਦੇ ਨਾਂ ਤੇ ਇਹ ਜਿਹੜਾ ਹਿੰਦੂਵਾਦ, ਜਿਹੜਾ ਹਿੰਦੂ ਰਾਸ਼ਟਰ ਦੇਸ਼ ਨੂੰ ਘੋਸ਼ਿਤ ਕਰਕੇ ਸਾਡੇ ਲੋਕਾਂ ਦੇ ਉੱਤੇ ਅਤਿਆਚਾਰ ਜਿਹੜਾ ਹੋ ਰਿਹਾ, ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਹੁਣ ਇੱਕ ਹੋ ਜਾਓ, ਤੁਹਾਡੇ ਡੰਡੇ ਦੇ ਵਿੱਚ ਜ਼ੋਰ ਰੱਖੋ, ਆਪਣੀ ਜੁੱਤੀ ਦੇ ਵਿੱਚ ਜ਼ੋਰ ਰੱਖੋ। ਜੇ ਇਹੋ ਜੀ ਕੋਈ ਸਟੇਟਮੈਂਟ ਦਿੰਦਾ ਉਹਨੂੰ ਲਾਉਣਾ ਸੀ। ਪਾਸੇ ਵੀ ਗੱਲ ਆਉਂਦੀ, ਤੁਸੀਂ ਵੀ ਯੰਗਸਟਰ ਹੋ, ਆਉਣ ਵਾਲਾ ਭਵਿੱਖ ਹੋ ਇਹਦੇ ਦੇਸ਼ ਦਾ, ਤੇ ਪਰ ਦੂਸਰੇ ਪਾਸੇ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦਾ ਇਹ ਬਿਆਨ ਆਉਂਦਾ ਹੈ ਕਿ ਜਿਹੜੀ ਇਹ ਰੇਪ ਹੋਇਆ ਇਹਨੂੰ ਰੇਪ ਨਹੀਂ ਕਹਿ ਸਕਦੇ, ਕਿ ਬੇਰੋਜ਼ਗਾਰੀ ਕਾਰਨ ਇਹ ਹੋਇਆ। ਇਹ ਸਾਰੀ ਸਟੇਟਮੈਂਟ ਨੂੰ ਕਿਵੇਂ ਲੈਣੇ ਕਿ ਨੌਜਵਾਨ ਜਿਹੜਾ ਸੀ ਉਹ ਬੇਰੋਜ਼ਗਾਰ ਸੀਗੇ, ਕੁੜੀਆਂ ਜਿਹੜੀਆਂ ਬੇਰੋਜ਼ਗਾਰ ਮੁੰਡਿਆਂ ਨੂੰ ਪਸੰਦ ਨਹੀਂ ਕਰਦੀਆਂ? ਇਹ ਦੇਖੋ ਜੀ ਬੜੀ ਬੇਸ਼ਰਮ ਵਾਲੀ ਗੱਲ ਆ, ਬੇਸ਼ਰਮੀ ਵਾਲਾ ਬਿਆਨ। ਮੈਂ ਕਹਿੰਦਾ ਵੀ ਇੰਨਾ ਇੱਕ ਆਨਰੇਬਲ ਜਸਟਿਸ ਰਿਹਾ ਹੋਵੇ ਜਿਹਨੇ ਦੇਸ਼ ਦੇ ਵਿਧਾਨ ਨਾਲ ਫੈਸਲੇ ਕੀਤੇ ਹੋਣ, ਮੈਨੂੰ ਤਾਂ ਉਹਨਾਂ ਦੇ ਫੈਸਲਿਆਂ ਤੇ ਸ਼ੱਕ ਆ। ਮੈਂ ਅਪੀਲ ਕਰਦਾ ਵਾਂ ਕਿ ਰਾਸ਼ਟਰਪਤੀ ਸਾਹਿਬ ਤੇ ਜਿਹੜੇ ਹੁਣ ਮੌਜੂਦਾ ਚੀਫ ਜਸਟਿਸ ਆ ਉਹ ਇਹਦੇ ਤੇ ਸੰਗਿਆਨ ਲੈਣ, ਉਹਨਾਂ ਦੇ ਫੈਸਲਿਆਂ ਨੂੰ ਦੁਬਾਰਾ ਰਿਵਿਊ ਕੀਤਾ ਜਾਵੇ। ਜਿਹੜਾ ਬੰਦਾ ਇਹਦਾ ਮਾਨਸਿਕ ਸੰਤੁਲਨ ਹੀ ਠੀਕ ਨਹੀਂ, ਉਹਦੇ ਫੈਸਲਿਆਂ ਤੇ ਵੀ ਸਾਨੂੰ ਜਿਹੜਾ ਪ੍ਰਸ਼ਨ ਜਾਂ ਚਿੰਨ੍ਹ ਉੱਠ ਰਹੇ ਆ। ਉਹ ਇਹੋ ਜਿਹੇ ਜੱਜ ਨੇ ਫੈਸਲੇ ਵੀ ਕਿਹੋ ਜਿਹੇ ਦਿੱਤੇ ਹੋਣੇ ਆ, ਇਹ ਤਾਂ ਸਮਝ ਨਹੀਂ ਗੱਲ ਆਉਂਦੀ ਵੀ ਬੇਰੁਜ਼ਗਾਰ ਆ। ਤਾਂ ਇਹਦਾ ਮਤਲਬ ਦੇਸ਼ ਦਾ 50% ਯੂਥ ਬੇਰੁਜ਼ਗਾਰ ਆ। ਇਹਦਾ ਮਤਲਬ ਕਿ ਤੁਸੀਂ ਖੁੱਲ੍ਹ ਦੇ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਆਹ ਕੰਮ ਕਰਨਾ ਸ਼ੁਰੂ ਕਰ ਦਿਓ। ਇਹ ਬੜੀ ਮਾੜੀ ਗੱਲ ਆ। ਜੇ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਗਾਹਾਂ ਤੋਂ, ਤਾਂ ਜਿੰਨੇ ਵੀ ਕੇਸ ਆ ਉਸ ਨਾਲ ਉਸ ਜੱਜ ਤੇ ਵੀ ਕੀਤੇ ਜਾਣ, ਕਿਉਂਕਿ ਉਹ ਖੁੱਲ੍ਹ ਦੇ ਰਿਹਾ ਇਹੋ ਜਿਹੇ ਕੰਮਾਂ ਨੂੰ। ਪਰ ਦੂਸਰੇ ਪਾਸੇ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਇਹ ਰੇਪ ਨਹੀਂ ਆ, ਫਿਰ ਰੇਪ ਨਹੀਂ ਆ ਤੇ ਫਿਰ ਮਨ ਘੜਤ ਮੀਟਿੰਗਾਂ ਕਿਉਂ ਕੀਤੀਆਂ ਜਾ ਰਹੀਆਂ ਨੇ? ਫਿਰ 9 ਪਿੰਡ ਇਕੱਠੇ ਹੋ ਕੇ ਮੀਟਿੰਗ ਕਿਉਂ ਕਰ ਰਹੇ ਨੇ? ਇਹ ਗੱਲ ਕਿਉਂ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਰੇਪ ਕੀਤਾ ਵੀ ਉਹਨਾਂ ਨੂੰ ਅਸੀਂ ਬਚਾਉਣਾ ਆ ਤੇ ਬਾਹਰਲਾ ਕੋਈ ਵੀ ਬੰਦਾ ਜਿਹੜਾ ਤੇ ਅਥਰਸ ਦੇ ਵਿੱਚ ਐਂਟਰ ਨਹੀਂ ਹੋਣ ਦੇਣਾ? ਦੇਖੋ ਤੁਸੀਂ ਗੱਲ ਕਹੀ ਆ ਮੈਡਮ, ਸਭ ਤੋਂ ਪਹਿਲਾਂ ਵੀ ਕਹੀ ਵੀ ਕੁਝ ਲੋਕ ਵੀ ਕਹਿ ਰਹੇ ਆ ਪੋਸਟਾਂ ਪਾ ਕੇ ਵੀ ਜਾਤੀਵਾਦ ਨਾਲ ਇਹਨਾਂ ਚੀਜ਼ਾਂ ਨੂੰ ਨਹੀਂ ਜੋੜਨਾ ਚਾਹੀਦਾ, ਪਰ ਇਹ ਤਾਂ ਨਿਰਾ ਜਾਤੀਵਾਦ ਆ। ਦੇਖੋ ਸਾਡੇ ਲੋਕਾਂ ਦੇ ਖਿਲਾਫ ਉਹਨਾਂ ਨੇ 500-600 ਬੰਦਾ ਇਕੱਠਾ ਕਰਕੇ ਕੱਲ ਮਤਾ ਪਾਇਆ। ਉਹ ਮਤਾ ਪਾਸ ਕੀਤਾ ਵੀ ਅਸੀਂ ਦੋਸ਼ੀਆਂ ਨੂੰ ਜਿਹੜਾ ਬਚਾਉਣ ਦਾ ਹਰ ਮੁਮਕਿਨ ਯਤਨ ਕਰਾਂਗੇ, ਉਹਦੇ ਲਈ ਧਰਨੇ ਵੀ ਲਾਵਾਂਗੇ। ਦੇਖੋ ਜੀ ਉੱਥੇ ਦਾ ਐਸਪੀ, ਉੱਥੇ ਦਾ ਡੀਐਮ, ਉਹਨਾਂ ਨੇ ਸਾਰਿਆਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿੰਨੇ ਵੀ ਸੀਗੇ ਉਹਨਾਂ ਨਾਲ। ਚਲੋ ਅਸੀਂ ਧੰਨਵਾਦ ਕਰਦੇ ਹਾਂ ਵੀ ਸਮਾਜ ਸੇਵੀ ਜਥੇਬੰਦੀਆਂ ਦਾ, ਹਜੇ ਵੀ ਲੋਕ ਜਾਗਦੀ ਜ਼ਮੀਰਾਂ ਵਾਲੇ ਹੈਗੇ ਆ। ਤੁਹਾਡਾ ਖਾਸ ਕਰ ਮੀਡੀਆ ਦਾ ਬੜਾ ਵਧੀਆ ਯੋਗਦਾਨ ਰਿਹਾ। ਨਹੀਂ ਤਾਂ ਜਿਹੜਾ ਉਸ ਕੁੜੀ ਦੇ ਪਰਿਵਾਰ ਨੂੰ ਜਿੱਦਾਂ ਦਬਾਇਆ ਗਿਆ, ਉਹ ਇੱਕ ਤਾਂ ਕੁੜੀ ਨੇ ਵਿਚਾਰੀ ਮਾਰ ਦਿੱਤੀ, ਸਾਡੀ ਉਹਦੀ ਜੀਭ ਕੱਟ ਦਿੱਤੀ, ਉਹਦੀ ਰੀੜ੍ਹ ਦੀ ਹੱਡੀ ਤੋੜਤੀ, ਉੱਤੋਂ ਉਹਦੇ ਘਰਦਿਆਂ ਨੂੰ ਵੀ ਕੁੱਟਿਆ ਗਿਆ। ਬੜਾ ਸ਼ਰਮਨਾਕ ਆ। ਮੈਨੂੰ ਇਸ ਗੱਲ ਦਾ ਡਰ ਆ। ਮੈਂ ਇਹ ਵੀ ਗੱਲ ਕਹਿ ਦੇਣਾ ਚਾਹੁੰਦਾ ਵੀ ਚੀਫ ਜਸਟਿਸ ਸਾਹਿਬ, ਤੁਸੀਂ ਉਸ ਪਰਿਵਾਰ ਨੂੰ ਸਿਕਿਉਰਿਟੀ ਵੀ ਦਿਵਾਓ। ਹੋ ਸਕਦਾ ਉਹਨਾਂ ਦੇ ਪਰਿਵਾਰ ਦਾ ਕਤਲ ਕਰ ਦਿੱਤਾ ਜਾਵੇ। ਮੈਨੂੰ ਇਸ ਗੱਲ ਦਾ ਤੁਸੀਂ ਕਹਿ ਰਹੇ ਹੋ ਕਿ ਕਤਲ ਕਰ ਦਿੱਤਾ ਜਾਵੇ, ਤੇ ਇਹ ਤਾਂ ਬੜਾ ਜ਼ਾਹਰ ਜੀ ਚੀਜ਼ ਸਾਹਮਣੇ ਆ ਜਾਂਦੀ ਹੈ ਕਿ ਉੱਥੇ ਕਿਸੇ ਨੂੰ ਵੀ ਛਾਉਣੀ ਬਣਾ ਦਿੱਤਾ ਗਿਆ ਹੈ, ਉੱਥੇ ਕਿਸੇ ਨੂੰ ਐਂਟਰ ਨਹੀਂ ਦਿੱਤਾ ਜਾ ਰਿਹਾ। ਦੂਸਰੇ ਪਾਸੇ ਉਹਨਾਂ ਦੇ ਘਰਦਿਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਤੇ ਉਹਦਾ ਬ੍ਰਦਰ ਜਦੋਂ ਛੁੱਟ ਗਿਆ ਹੈ ਤਾਂ ਉਹਨੇ ਸਿਰਫ ਇੱਕ ਸਟੇਟਮੈਂਟ ਦਿੱਤੀ ਹੈ ਕਿ ਮੇਰੇ ਤਾਇਆ ਜੀ ਦੇ ਛਾਤੀ ਤੇ ਪੁਲਿਸ ਵੱਲੋਂ ਲੱਤਾਂ ਮਾਰੀਆਂ ਜਾ ਰਹੀਆਂ ਨੇ। ਇਹ ਗੱਲ ਬਿਲਕੁਲ ਠੀਕ ਆ ਜੀ। ਜਿਹੜਾ ਸਾਡੇ ਵੀ ਕੁਝ ਸਾਥੀ ਜਿਹੜੇ ਆ ਉੱਥੇ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ 'ਚ 2 ਦਿਨ ਪਹਿਲਾਂ ਮਿਲ ਕੇ ਆਏ ਸੀਗੇ, ਤਾਂ ਉਹਨਾਂ ਨੇ ਦੱਸਿਆ ਸੀ ਵੀ ਸਾਨੂੰ ਡਰਾਇਆ ਧਮਕਾਇਆ ਬਹੁਤ ਜਾ ਰਿਹਾ ਆ। ਕਿਉਂਕਿ ਉਸ ਤੋਂ ਬਾਅਦ ਜਿਹੜੀ ਬੰਦਿਸ਼ ਕੁੜੀ ਦੇ ਡੈਥ ਤੋਂ ਬਾਅਦ, ਦੇਖੋ ਇਹ ਅੱਗੇ ਰੀਤ ਹੁੰਦੀ ਸੀਗੀ ਵੀ ਜਦੋਂ ਜਿਹੜਾ ਦਲਿਤ ਪਰਿਵਾਰ ਹੁੰਦਾ ਸੀਗਾ ਜਾਂ ਦਲਿਤ ਲੋਕ ਮਰਦੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਜਿਹੜਾ ਰਾਤ ਨੂੰ ਸਾੜਿਆ ਜਾਂਦਾ ਸੀਗਾ। ਪਰ ਇਹ ਰੀਤ ਨਹੀਂ ਹੈਗੀ ਆਪਣੇ ਇੰਡੀਆ ਦੇ ਵਿੱਚ। ਅਸੀਂ ਜਿਹੜਾ ਆ ਸੂਰਜ ਡੁੱਬਣ ਤੋਂ ਪਹਿਲਾਂ ਸੰਸਕਾਰ ਕਰਦੇ ਆ। 2:30 ਵਜੇ ਤੁਸੀਂ ਜਿਹੜੇ ਪਾਥੀਆਂ ਹੁੰਦੀਆਂ ਆ, ਪਾਥੀਆਂ ਨਾਲ ਤੇਲ ਛਿੜਕ ਕੇ ਜ਼ਿਕਰ ਕੀਤਾ ਕਿ ਉੱਥੇ ਸਾਡੇ ਕੁਝ ਸਾਥੀ ਸੀਗੇ ਤੇ ਸਾਡੇ ਚੰਦਰ ਸ਼ੇਖਰ ਆਜ਼ਾਦ ਸੀਗੇ, ਪਰ ਇਹ ਬੜਾ ਸਵਾਲ ਅਹਿਮ ਬਣਦਾ ਕਿ ਜਦੋਂ ਉਹਨੂੰ 2:45 2:45 ਦੇ ਕਰੀਬ ਉਹਨੂੰ ਸਾੜਿਆ ਗਿਆ ਤੇ ਉਦੋਂ ਚੰਦਰ ਸ਼ੇਖਰ ਆਜ਼ਾਦ ਕਿੱਥੇ ਸੀ? ਇਹ ਬਿਲਕੁਲ ਤੁਹਾਡੀ ਗੱਲ ਮੈਂ ਐਗਰੀ ਕਰਦਾ ਆ। ਇਹ ਜਿਹੜਾ ਆ ਉਸ ਵੇਲੇ ਚੰਦਰ ਸ਼ੇਖਰ 1 ਦਿਨ ਪਹਿਲਾਂ ਗਿਆ ਸੀ, ਸ਼ਾਇਦ 2 ਦਿਨ ਪਹਿਲਾਂ ਉਹ ਕੁੜੀ ਨਾਲ ਪਰਿਵਾਰ ਨਾਲ ਮਿਲਣ ਗਿਆ ਸੀਗਾ। ਉਸ ਤੋਂ ਬਾਅਦ ਜਦੋਂ ਕੁੜੀ ਦੀ ਡੈਥ ਹੋ ਗਈ, ਉਸ ਤੋਂ ਬਾਅਦ ਤਾਂ ਸਿਕਿਉਰਿਟੀ ਨਹੀਂ ਟਾਈਟ ਹੋ ਗਈ। ਤੁਸੀਂ ਤੁਸੀਂ ਦੇਖੋਗੇ ਵੀ ਚਲੋ ਸਾਰਿਆਂ ਨੇ ਬਾਤ ਚੱਕੀ ਆ, ਸਾਰੇ ਓਪੋਜੀਸ਼ਨ ਨੇ ਚੱਕੀ ਆ। ਰਾਹੁਲ ਗਾਂਧੀ ਨੂੰ ਵੀ ਕਿੱਦਾਂ ਕੁੱਟਿਆ, TMC ਦੇ ਮੈਂਬਰ ਪਾਰਲੀਮੈਂਟਾਂ ਨੂੰ ਕੁੱਟਿਆ ਜਿਹੜਾ ਹਾਲ ਲੈਣ ਗਿਆ। ਇੱਥੇ ਤਾਂ ਇਦਾਂ ਆ ਵੀ ਦੇਸ਼ ਦੇ ਵਿੱਚ ਤਾਂ ਡੈਮੋਕ੍ਰੇਸੀ ਦਾ ਮੈਡਮ ਨਾਮ ਹੀ ਨਹੀਂ ਰਿਹਾ। ਜਦੋਂ ਕਿਸੇ ਨੂੰ ਪਰਿਵਾਰ ਨੂੰ ਬੰਦੀ
ਬਣਾ ਲਿਆ ਗਿਆ ਉਦੋਂ ਕੁੜੀ ਨੂੰ ਜਦੋਂ ਰਾਤ ਨੂੰ ਤੇਲ ਪਾ ਕੇ ਸਾੜਿਆ ਗਿਆ। ਬੜੀ ਸ਼ਰਮਨਾਕ ਗੱਲ ਆ ਜਦ ਪਰਿਵਾਰ ਨੂੰ ਉਹਨੂੰ ਅੰਤਿਮ ਰਸਮ। ਸਵਾਲ ਵਾਲੀ ਇਹ ਹੈ ਕਿ ਉਦੋਂ ਚੰਦਰ ਸ਼ੇਖਰ ਆਜ਼ਾਦ ਕਿੱਥੇ ਸੀ, ਮੇਰਾ ਇਹ ਸਵਾਲ। ਇਹ ਤਾਂ ਦੇਖੋ ਜੀ ਚੰਦਰ ਸ਼ੇਖਰ ਆਜ਼ਾਦ ਜਿਹੜੇ ਆ ਉਸ ਵੇਲੇ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਸੀਗੇ, ਪਰ ਉਹਨਾਂ ਨੂੰ ਪਹੁੰਚਣਾ ਜ਼ਰੂਰ ਚਾਹੀਦਾ ਸੀ ਜਦੋਂ ਉਹਨਾਂ ਨੂੰ ਗੱਲ ਪਹੁੰਚੀ ਆ। ਇਹ ਉਹਨਾਂ ਦੇ ਲਈ ਵੀ ਜਿਹੜੀ ਆ ਸਬਕਾ, ਜਿੰਨੀਆਂ ਵੀ ਜਥੇਬੰਦੀਆਂ ਪਹਿਲਾਂ ਪਹੁੰਚੀਆਂ ਆ ਉਹਨਾਂ ਨੂੰ ਵੀ ਪਹੁੰਚਣਾ ਚਾਹੀਦਾ ਸੀਗਾ। ਮੈਂ ਸਮਝਦਾ ਵੀ ਜੇ ਉਸ ਵੇਲੇ ਅਸੀਂ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਇਹ ਜਿਹੜੀ ਕੁੜੀ ਦਾ ਆਪਾਂ ਚਲੋ ਅਸੀਂ ਬਦਲ ਨਹੀਂ ਸੀ ਸਕਦੇ ਉਹਨੂੰ। ਆਪਣਾ ਜਿਹੜੀਆਂ ਅੰਤਮ ਰਸਮਾਂ ਸੀਗੀਆਂ, ਜਿਹੜੀਆਂ ਸਮਾਜਿਕ ਪਰੰਪਰਾਵਾਂ ਦੇ ਨਾਲ, ਧਾਰਮਿਕ ਪਰੰਪਰਾਵਾਂ ਦੇ ਨਾਲ ਅਸੀਂ ਉਹ ਕੁੜੀ ਨੂੰ ਆਪਣੀ ਨੂੰ ਵਿਦਾ ਕਰ ਦਿੰਦੇ। ਸਮੂਹ ਵਾਲਮੀਕੀ ਭਾਈਚਾਰੇ ਵੱਲੋਂ ਲਗਾਤਾਰ ਜਿਹੜਾ ਰੋਸ ਆ ਉਹ ਜਾਰੀ ਹੈ ਕਿ ਮਨੀਸ਼ਾ ਵਾਲਮੀਕੀ ਨੂੰ ਇਨਸਾਫ ਜਿਹੜਾ ਉਹ ਮਿਲ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਉੱਦਾਂ ਵੀ ਕਿਹਾ ਜਾਂਦਾ ਹੈ, ਸ੍ਰਿਸ਼ਟੀਕਰਤਾ ਵਾਲਮੀਕੀ ਦयावान ਜੀ ਵੀ ਇਹ ਗੱਲ ਨੂੰ ਕਹਿੰਦੇ ਨੇ ਕਿ ਜਨਨੀ ਔਰ ਜਨਮ ਭੂਮੀ ਸਵਰਗ ਸੇ ਬੜਕਰ ਹੈ। ਪਰ ਅੱਜ ਜਿਹੜੀਆਂ ਜੰਨੀਆਂ ਨੇ, ਜਿਹੜੀਆਂ ਧੀਆਂ ਨੇ, ਉਹ ਅੱਜ ਮਹਿਫੂਜ਼ ਨਹੀਂ ਨੇ, ਸੇਫ ਨਹੀਂ ਆ। ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿਹੜੇ ਘਰ ਦੇ ਵਿੱਚ ਕਿਹੜੀ ਮਨੀਸ਼ਾ ਵਾਲਮੀਕੀ ਬਣ ਜਾਏਗੀ, ਇਹ ਪਤਾ ਨਹੀਂ ਚੱਲਣਾ। ਸੋ ਸਾਰੇ ਸਮਾਜ ਨੂੰ ਹਮਲਾ ਮਾਰਨ ਦੀ ਲੋੜ ਆ ਕਿ ਜਿਹੜੀ ਯੋਗੀ ਆਦਿੱਤਿਆਨਾਥ ਦੀ ਸਟੇਟਮੈਂਟ ਆਈ ਹੈ ਕਿ ਅਸੀਂ, ਸਾਡੀ ਗਵਰਨਮੈਂਟ ਦਾ ਕੰਮ ਹੈ ਗਾਵਾਂ ਬਚਾਉਣਾ, ਲੜਕੀਆਂ ਬਚਾਉਣਾ ਨਹੀਂ। ਅਸੀਂ ਬੜੀ ਘਟੀਆ ਸਟੇਟਮੈਂਟ ਹੈ ਕਿ ਸਾਡੇ ਦੇਸ਼ ਦੀ ਧੀ ਕੀ ਕਰੇਗੀ, ਸਾਡੇ ਆਉਣ ਵਾਲੀ ਜਨਰੇਸ਼ਨ ਕੀ ਕਰੇਗੀ। ਭਵਿੱਖ ਜਿਹੜਾ ਖਤਰੇ 'ਚ ਨਜ਼ਰ ਆ ਰਿਹਾ ਹੈ, ਕੁੜੀਆਂ ਖਤਰੇ 'ਚ ਨਜ਼ਰ ਆ ਰਹੀਆਂ ਨੇ। ਅੱਜ ਮੋਦੀ ਸਾਹਿਬ ਦਾ ਨਾਰਾ ਫੇਲ ਹੁੰਦਾ ਨਜ਼ਰ ਆ ਰਿਹਾ, ਬੇਟੀ ਬਚਾਓ ਬੇਟੀ ਪੜਾਓ। ਇਹ ਉਲਟ ਹੋ ਗਿਆ ਹੈ ਕਿ ਬੇਟੀ ਜਵਾਨ ਕਰੋ, ਬਲਾਤਕਾਰ ਕਰਵਾਓ, ਪਰ ਇਨਸਾਫ ਦੀ ਮੰਗ ਜਿਹੜੀ ਉਹ ਕਦੇ ਵੀ ਨਾ ਕਰਿਓ। ਜੇ ਇਨਸਾਫ ਦੀ ਮੰਗ ਕੀਤੀ ਤੇ ਇਹੋ ਜਿਹੀਆਂ ਸਰਕਾਰਾਂ ਜਿਹੜੀਆਂ ਤੁਹਾਨੂੰ ਦੱਬ ਲੈਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਦੇ ਵੀ ਇਹ ਸੋਚ ਨਹੀਂ ਸਕਦੇ ਕਿ ਤੁਹਾਡੀਆਂ ਭੈਣਾਂ ਨੂੰ, ਤੁਹਾਡੀਆਂ ਕੁੜੀਆਂ ਨੂੰ ਜਾਂ ਦੇਸ਼ ਦੀਆਂ ਜਿੰਨੀਆਂ ਵੀ तमाम ਲੜਕੀਆਂ ਨੇ ਉਹਨਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ। ਇਹੋ ਜਿਹੀਆਂ ਘਟੀਆਂ ਸੋਚਾਂ ਵਾਲੀਆਂ ਸਰਕਾਰਾਂ ਨੂੰ ਵਾਕਈ ਇਸਤੀਫਾ ਦੇ ਦੇਣਾ ਚਾਹੀਦਾ, ਕਿਉਂਕਿ ਜੇ ਸਰਕਾਰ ਕਹਿੰਦੀ ਕਿ ਇਹ ਰੇਪ ਨਹੀਂ ਆ, ਫਿਰ ਸਰਕਾਰ 144 ਕਿਉਂ ਲਗਾਉਂਦੀ ਹੈ? ਪ੍ਰਿयंका ਗਾਂਧੀ, ਰਾਹੁਲ ਗਾਂਧੀ ਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ? ਫਿਰ ਮੀਡੀਆ ਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ? ਉਹਦੇ ਪਰਿਵਾਰ ਨੂੰ ਨਜ਼ਰਬੰਦ ਕਿਉਂ ਕੀਤਾ ਜਾ ਰਿਹਾ ਹੈ? ਇਹ तमाम ਸਵਾਲ ਜਿਹੜੇ ਨੇ ਯੋਗੀ ਨਾਥ ਦੇ ਲਈ ਨੇ। ਜੇ ਹੋ ਸਕੇ ਤਾਂ ਇਹਨਾਂ ਦਾ ਆਵਾਮ ਜਿਹੜੀ ਹੈ ਜਵਾਬ ਮੰਗ ਰਹੀ ਹੈ, ਸੋ ਦੇਣਾ ਚਾਹੀਦਾ ਹੈ। ਜਦੋਂ ਟਰੰਪ ਜਦੋਂ ਬਿਮਾਰ ਹੁੰਦਾ, ਉਹਨੂੰ ਕੋਵਿਡ ਹੁੰਦਾ ਹੈ ਤੇ ਉਹਦੇ ਲਈ ਟਵੀਟ ਕੀਤਾ ਜਾਂਦਾ ਮੋਦੀ ਵੱਲੋਂ, ਤੇ ਇਸ ਬੱਚੀ ਦੇ ਲਈ ਇੱਕ ਟਵੀਟ ਤਾਂ ਬੜੀ ਦੂਰ ਦੀ ਗੱਲ, ਇੱਕ ਵਾਰੀ ਭਾਵਕ ਹੋ ਕੇ ਇੱਕ ਬਿਆਨ ਵੀ ਨਹੀਂ ਆਣਾ। ਇਹ ਬੜੀ ਵੱਡੀ ਸੋਚੀ ਸਮਝੀ ਸਾਜ਼ਿਸ਼ ਲੱਗਦੀ ਹੈ ਕਿ ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ, ਕਦੋਂ ਤੱਕ ਉਹ ਇੰਤਜ਼ਾਰ ਕਰਨਗੇ। ਸੋ ਉਸ ਇਨਸਾਫ ਦੇ ਲਈ ਵਾਲਮੀਕੀ ਸਮਾਜ ਰੋਜ਼ ਦੇ ਵਿੱਚ ਤੇ ਲਗਾਤਾਰ ਪ੍ਰੋਟੈਸਟ ਜਿਹੜੇ ਉਹਨਾਂ ਦੇ ਜਾਰੀ ਨੇ। ਸੋ ਇਸੇ ਦੇ ਨਾਲ ਮੈਨੂੰ ਕੀਰਤੀ ਦੇ ਕੈਮਰਾਮੈਨ ਸ਼ੁਭਮ ਗਿੱਲ ਨੂੰ ਦੋ ਇਜਾਜ਼ਤ। ਧੰਨਵਾਦ।